डेटाबेस मैनेजमेंट सिस्टम, DBMS, डेटाबेस मैनेजमेंट सिस्टम। वैसे तो ਆਪਾਂ ਥੋੜਾ ਇਹਦੀ ਇੰਟਰੋਡਕਸ਼ਨ ਹੋ ਗਈ ਸੀ। ਅਗਰ ਇਸ ਨੂੰ ਡਿਫਾਈਨ ਕਰੀਏ ਤਾਂ ਇਹ ਇੱਕ ਸੌਫਟਵੇਅਰ ਹੈ ਜੋ ਯੂਜ਼ਰਸ ਨੂੰ ਡਾਟਾਬੇਸ ਬਣਾਉਣ ਦੇ ਵਿੱਚ ਤੇ ਉਹਨੂੰ ਮੇਨਟੇਨ ਕਰਨ ਦੇ ਵਿੱਚ ਮਦਦ ਕਰਦਾ ਹੈ। ਡਾਟਾਬੇਸ ਬਣਾਉਣਾ ਮਤਲਬ ਉਹਦੇ ਵਿੱਚ ਡਾਟਾਬੇਸ ਦਾ ਸਟਰਕਚਰ ਤਿਆਰ ਕਰਨਾ, ਡਾਟਾ ਐਡ ਕਰਨਾ। ਇਸ ਦੇ ਨਾਲ ਨਾਲ ਉਸ ਨੂੰ ਕੰਟਰੋਲ ਵੀ ਕੀਤਾ ਜਾਂਦਾ ਹੈ ਕਿ ਕੋਈ ਅਨਆਥੋਰਾਈਜ਼ਡ ਐਕਸੈਸ ਨਾ ਕਰ ਸਕੇ, ਕੋਈ ਉਸ ਨੂੰ ਬਾਹਰੋਂ हैक ना कर सके, ये कह सकते हैं। सो ए डेटाबेस मैनेजमेंट सिस्टम इज द सॉफ्टवेयर सिस्टम, जिदा आप बाकी सॉफ्टवेयर इंस्टॉल करते हैं MS वर्ड एक्सेल पावर पॉइंट, उस तरह नाल इसनूं इंस्टॉल करना। बट इट अलाउज यूजर्स टू डिफाइन मीनस स्ट्रक्चर तैयार कराया जाएगा पहला डाटा का, उन्होंने डिफाइन किया जाएगा स्ट्रक्चर। क्रिएट एंड मेनटेन ए डेटाबेस, डेटाबेस नूं क्रिएट किया जाएगा, उन्होंने फिर उस तो बाद मैनेज भी करना है। मेनटेन मतलब उहदे कोई प्रॉब्लम आउंदी है उन्हें ठीक करना या कोई चेंजेस करनियां, वो सारा मेनटेनेंस दे विच आ जांदा। एंड प्रोवाइड्स कंट्रोल्ड एक्सैस टू द डाटा। कंट्रोल्ड एक्सैस मतलब एक्सैस नूं कंट्रोल करना, कौन इस डाटे नूं यूज कर सकदा है, कौन नहीं कर सकदा। ਉਹਦੇ ਤੇ ਯੂਜ਼ਰ ਨੇ ਪਾਸਵਰਡ ਵੀ ਲੱਗੇਗਾ, ਉਹਦੇ ਤੇ ਹੋਰ ਤਰ੍ਹਾਂ ਦੀਆਂ ਕਈ ਸਾਰੀਆਂ ਰੈਸਟ੍ਰਿਕਸ਼ਨਸ ਲਾਈਆਂ ਜਾਣਗੀਆਂ ਕਿ ਕੋਈ ਪਰਸਨ ਜੋ ਇਸ ਨੂੰ ਯੂਜ਼ ਕਰ ਰਿਹਾ ਉਹ ਕਿਸ ਤਰੀਕੇ ਨਾਲ ਯੂਜ਼ ਕਰੇਗਾ। ਕਈ ਪਰਸਨ ਸਿਰਫ ਉਹਨੂੰ ਦੇਖ ਸਕਦੇ ਨੇ, ਕਈ ਪਰਸਨ ਉਹਨੂੰ ਚੇਂਜ ਵੀ ਕਰ ਸਕਣਗੇ। ਇਹ ਸਾਰੀ ਚੀਜ਼ ਕੰਟਰੋਲਡ ਐਕਸੈਸ ਦੇ ਵਿੱਚ ਆ ਜਾਂਦੀ ਹੈ। ਸੋ ਡਾਟਾਬੇਸ ਮੈਨੇਜਮੈਂਟ ਸਿਸਟਮ ਇਜ਼ ਦ ਸੌਫਟਵੇਅਰ ਸਿਸਟਮ that allows users to define, create and maintain a database and provide controlled access to the data. A database management system is basically a collection of programs बने बनाए ने, तुसी सिर्फ उन्हां नूं यूज करदे हो, that enables users to store, modify and extract information from a database as per the requirements. ਇਹ ਯੂਜ਼ਰਸ ਨੂੰ ਅਲਾਉ ਕਰਦਾ, ਇਨੇਬਲ ਕਰਦਾ, ਉਹਨਾਂ ਨੂੰ ਇਸ ਲਾਇਕ ਬਣਾਉਂਦਾ ਹੈ ਕਿ ਉਹ ਉਹਦੇ ਵਿੱਚ ਡਾਟਾ ਸਟੋਰ ਕਰ ਸਕਦੇ ਨੇ, ਸੇਵ ਕਰ ਸਕਦੇ ਨੇ, ਲੋਡ ਪੈਣ ਤੇ ਬਦਲ ਸਕਦੇ ਨੇ, ਮੋਡੀਫਾਈ ਕਰ ਸਕਦੇ ਨੇ ਐਂਡ ਐਕਸਟਰੈਕਟ ਕਰ ਸਕਦੇ ਨੇ। ਮਤਲਬ ਜੋ ਡਾਟਾ ਉਹਨਾਂ ਨੂੰ ਚਾਹੀਦਾ ਉਹਨੂੰ ਦੇਖ ਸਕਦੇ ਨੇ ਉਹਦੇ ਵਿੱਚੋਂ ਕੱਢ ਕੇ ਉਸ ਇਨਫੋਰਮੇਸ਼ਨ। ਸੋ ਡਾਟਾਬੇਸ ਮੈਨੇਜਮੈਂਟ ਸਿਸਟਮ ਦਾ ਇਹ ਕੰਮ ਹੈ ਕਿ ਉਹ ਬੇਸਿਕਲੀ ਯੂਜ਼ਰਸ ਨੂੰ ਇਸ ਫੈਸਿਲਿਟੀ ਤੋਂ ਇਹ ਫੈਸਿਲਿਟੀ ਪ੍ਰੋਵਾਈਡ ਕਰਦਾ ਹੈ ਕਿ ਜਿਸ ਦੇ ਨਾਲ ਉਹ ਡਾਟਾ ਸਟੋਰ, ਮੋਡੀਫਾਈ ਤੇ ਐਕਸਟਰੈਕਟ ਕਰ ਸਕਦੇ ਨੇ ਉਸ ਡਾਟਾਬੇਸ ਦੇ ਵਿੱਚੋਂ ਜਿਸ ਤਰ੍ਹਾਂ ਦੀ ਉਹਨਾਂ ਦੀ ਲੋੜ ਹੁੰਦੀ ਹੈ, ਰਿਕੁਆਇਰਮੈਂਟ ਹੁੰਦੀ ਹੈ, ਨੀਡ ਹੁੰਦੀ। DBMS is an intermediate layer between the programs and the data. ਪ੍ਰੋਗਰਾਮਸ ਜ਼ਿਆਦਾਤਰ ਐਪਲੀਕੇਸ਼ਨ ਪ੍ਰੋਗਰਾਮਸ ਹੁੰਦੇ ਨੇ ਜਿਹੜੇ ਕਿ ਅਸੀਂ ਕਿਸੇ ਪ੍ਰੋਗਰਾਮਿੰਗ ਲੈਂਗੁਏਜ 'ਚ ਬਣਾ ਲੈਂਦੇ ਹਾਂ। ਜਿਵੇਂ ਅਸੀਂ C ਜਾਂ C++ 'ਚ ਪ੍ਰੋਗਰਾਮ ਬਣਾਉਂਦੇ ਹਾਂ, ਉਸੇ ਤਰ੍ਹਾਂ ਪਾਈਥਨ 'ਚ ਬਣਾਉਂਦੇ ਹਾਂ, ਉਸੇ ਤਰ੍ਹਾਂ ਅਸੀਂ ਜੇ ਵਿਜ਼ੂਅਲੀ ਆ ਜਾਈਏ ਤਾਂ ਅਸੀਂ ਗ੍ਰਾਫਿਕਲ ਇੰਟਰਫੇਸਿਸ ਦੇ ਲਈ ਜਿਹੜੀ ਯੂਜ਼ ਹੁੰਦੀਆਂ ਨੇ, ਜਾਵਾ ਹੋ ਗਈ, C#.net ਹੋ ਗਈ, ASP.NET ਵਗੈਰਾ ਹੋ ਗਈ। ਇਹ ਇਹਨਾਂ 'ਚ ਸੌਫਟਵੇਅਰ ਬਣਦੇ ਨੇ, ਉਹ ਫਰੰਟ ਲੇਅਰ ਹੈ ਜਿਸ ਦੇ ਨਾਲ ਅਸੀਂ ਇੰਟਰੈਕਟ ਕਰਦੇ ਹਾਂ। ਪਰ ਇਹ ਡਾਟਾ ਚੱਕਦੇ ਨੇ ਡਾਟਾਬੇਸ ਦੇ ਵਿੱਚੋਂ ਤੇ ਡਾਟਾਬੇਸ 'ਚੋਂ ਡਾਟਾ ਪ੍ਰੋਵਾਈਡ ਕਰਦਾ DBMS। ਜਿਸ ਤਰ੍ਹਾਂ ਤੁਸੀਂ ਮੰਨ ਲਓ ਆਪਣਾ ਰਿਜ਼ਲਟ ਚੈੱਕ ਕਰਦੇ ਹੋ ਤਾਂ ਤੁਸੀਂ ਇੱਕ ਪੇਜ ਖੋਲ ਲੈਂਦੇ ਹੋ, ਉੱਥੇ ਰੋਲ ਨੰਬਰ ਭਰਦੇ ਹੋ ਤੇ ਇੱਕ ਬਟਨ ਪ੍ਰੈਸ ਕਰਦੇ ਹੋ ਕਿ ਤੁਹਾਨੂੰ ਤੁਹਾਡਾ ਰਿਜ਼ਲਟ ਦਿਖੇ। ਉਹ ਜਿਹੜਾ ਪੇਜ ਖੁੱਲਿਆ ਉਹ ਪ੍ਰੋਗਰਾਮ ਹੈ, ਐਪਲੀਕੇਸ਼ਨ ਪ੍ਰੋਗਰਾਮ, ਉਹ ਇੰਟਰਫੇਸ ਪ੍ਰੋਵਾਈਡ ਕਰ ਰਿਹਾ। ਉੱਥੇ ਤੁਸੀਂ ਰੋਲ ਨੰਬਰ ਭਰ ਕੇ ਸਬਮਿਟ ਕੀਤਾ, ਉਹ ਰੋਲ ਨੰਬਰ ਸਰਵਰ ਤੇ ਜਾਏਗਾ, ਯੂਨੀਵਰਸਿਟੀ ਦੇ ਸਰਵਰ ਤੇ। ਉੱਥੇ DBMS ਇੰਸਟਾਲ ਹੋਇਆ ਹੈ, ਉਹ DBMS 'ਚੋਂ ਉਸ ਰੋਲ ਨੰਬਰ ਦਾ ਡਾਟਾ ਐਕਸਟਰੈਕਟ ਕੀਤਾ ਜਾਏਗਾ ਤੇ ਉਸ ਨੂੰ ਆਨਲਾਈਨ ਤੁਹਾਡੇ ਕੰਪਿਊਟਰ ਤੇ ਜਿੱਥੇ ਤੁਸੀਂ ਉਸ ਨੂੰ ਦੇਖਣਾ ਚਾਹੁੰਦੇ ਹੋ ਉੱਥੇ ਦਿਖਾਇਆ ਜਾਏਗਾ। ਸੋ ਇਸ ਤਰ੍ਹਾਂ ਇੰਟਰਮੀਡੀਏਟ ਹੈ ਇਹ ਦੋਨਾਂ ਦੇ ਵਿਚਾਲੇ, ਪ੍ਰੋਗਰਾਮ ਐਟ ਡਾਟਾ ਦੇ ਵਿਚਾਲੇ DBMS ਇੱਕ ਇੰਟਰਮੀਡੀਏਟ ਹੈ, ਮੀਨਸ ਇੱਕ ਵਿਚਕਾਰਲਾ ਬੰਦਾ ਹੈ, ਇੱਕ ਵਿਚਕਾਰਲੀ ਲੇਅਰ ਹੈ ਜੋ ਇਹਨਾਂ ਦੋਹਾਂ ਨੂੰ ਆਪਸ ਵਿੱਚ ਕਮਿਊਨੀਕੇਟ ਕਰਵਾਉਂਦੀ ਹੈ। ਪ੍ਰੋਗਰਾਮਸ ਐਕਸੈਸ DBMS which then access the data.
ਪ੍ਰੋਗਰਾਮਸ DBMS ਨੂੰ ਕਹਿੰਦੇ ਨੇ ਡਾਟਾ ਲੈਣਾ ਹੁੰਦਾ। DBMS ਡਾਟਾ ਡਾਟਾਬੇਸ ਚੋਂ ਲੈ ਕੇ ਪ੍ਰੋਗਰਾਮਸ ਨੂੰ ਦਿੰਦਾ ਹੈ। ਕੀ ਕਰੈਕਟਰਿਸਟਿਕਸ ਨੇ ਡਾਟਾਬੇਸ ਮੈਨੇਜਮੈਂਟ ਸਿਸਟਮ ਦੀਆਂ? ਕਨਕੂਰੈਂਟ ਐਕਸੈਸ। ਕਨਕੂਰੈਂਟ ਵਰਡ ਦਾ ਮਤਲਬ ਹੈ ਇੱਕੋ ਟਾਈਮ ਤੇ ਇੱਕ ਤੋਂ ਜ਼ਿਆਦਾ ਯੂਜ਼ਰ ਇੱਕੋ ਡਾਟਾ ਨੂੰ ਯੂਜ਼ ਕਰ ਸਕਦੇ ਨੇ, ਐਕਸੈਸ ਕਰ ਸਕਦੇ। A database system allows several users to access data concurrently। ਇੱਕ ਤੋਂ ਜ਼ਿਆਦਾ ਯੂਜ਼ਰਸ ਨੂੰ ਡਾਟਾ ਐਕਸੈਸ ਅਲਾਉ ਕਰਦਾ ਹੈ ਡਾਟਾਬੇਸ ਸਿਸਟਮ। ਕਨਕਰੈਂਟਲੀ ਮਤਲਬ ਇੱਕੋ ਟਾਈਮ ਤੇ, ਇਮੀਡੀਏਟਲੀ ਤੇ ਕਨਕਰੈਂਟਲੀ 'ਚ ਥੋੜਾ ਜਿਹਾ ਫਰਕ ਹੁੰਦਾ। ਕਨਕਰੈਂਟਲੀ ਦਾ ਮਤਲਬ ਹੈ ਬਿਲਕੁਲ ਉਸੇ ਟਾਈਮ ਦੇ ਉੱਤੇ ਉਸ ਨੂੰ ਸਲੋਟਸ ਦੇ ਵਿੱਚ ਵੈਸੇ ਵੰਡਿਆ ਜਾਂਦਾ, ਇਸ ਕਰਕੇ ਇਮੀਡੀਏਟਲੀ ਦਾ ਤਾਂ ਮਤਲਬ ਥੋੜਾ ਡਿਫਰੈਂਟ ਮੀਨਿੰਗ ਹੋ ਜਾਂਦਾ। ਇੱਥੇ ਵਰਡ ਕਨਕਰੈਂਟਲੀ ਵੀ ਆਏਗਾ। ਕਨਕਰੈਂਟ ਐਕਸੈਸ ਕਹਿੰਦੇ ਅਸੀਂ ਉਸ ਨੂੰ ਜਦੋਂ ਇੱਕ ਤੋਂ ਜ਼ਿਆਦਾ ਯੂਜ਼ਰ ਇੱਕੋ ਟਾਈਮ ਤੇ ਇੱਕੋ ਡਾਟਾ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰਦੇ ਨੇ। Answering different questions from different users with the same data is a central aspect of the information system। Different users, ਕੋਈ ਹੁਣ ਬੈਂਕ ਦੀ ਗੱਲ ਕਰਦੇ ਹਾਂ। ਬੈਂਕ ਦੇ ਵਿੱਚ ਬਹੁਤ ਸਾਰੇ ਕਲਰਕ ਇੱਕ ਬ੍ਰਾਂਚ 'ਚ ਕੰਮ ਕਰਦੇ ਨੇ, ਦੂਜੀ ਬ੍ਰਾਂਚ ਦੇ ਵਿੱਚ ਵੀ ਬਹੁਤ ਸਾਰੇ ਕਲਰਕ ਬੈਠੇ ਹੁੰਦੇ ਨੇ, ਜਾਂ ਕੈਸ਼ੀਅਰ ਬੈਠਾ, ਹੋਰ ਵੀ ਕਈ ਤਰ੍ਹਾਂ ਦੀਆਂ ਉੱਥੇ ਡੈਜ਼ਿਗਨੇਸ਼ਨ ਨੇ ਜਿਹੜੇ ਉਸ ਡਾਟੇ ਨੂੰ ਯੂਜ਼ ਕਰ ਰਹੇ ਨੇ। ਤੁਸੀਂ ਅਕਸਰ ਦੇਖਿਆ ਹੋਣਾ, ਕਹਿਣਗੇ ਜੀ ਅੱਜ ਨਹੀਂ ਹੋ ਸਕਦਾ, ਅੱਜ ਇੰਟਰਨੈਟ ਨਹੀਂ ਚੱਲਦਾ, ਅੱਜ ਨੈਟਵਰਕ ਨਹੀਂ ਹੈ, ਇੱਦਾਂ ਕੁਛ ਦੇ ਐਕਸਕਿਊਜ਼ਸ ਤੁਹਾਨੂੰ ਸੁਣਦੇ ਹੋ। ਉਹਦਾ ਕੀ ਕਾਰਨ ਹੈ? ਉਹਦਾ ਕਾਰਨ ਹੈ ਕਿ ਜਿਹੜਾ ਡਾਟਾ ਉਹ ਯੂਜ਼ ਕਰ ਰਹੇ ਨੇ ਉਹ ਸਰਵਰ ਤੋਂ ਯੂਜ਼ ਕਰ ਰਹੇ ਨੇ। ਜੇ ਇੰਟਰਨੈਟ ਨਹੀਂ ਚੱਲੇਗਾ ਤਾਂ ਸਰਵਰ ਨਾਲ ਕਨੈਕਸ਼ਨ ਨਹੀਂ ਮਿਲਣਾ ਤੇ ਉਹਨਾਂ ਨੂੰ ਉਹ ਡਾਟਾ ਦਿਖਣਾ ਨਹੀਂ। ਹੁਣ ਉਹ ਡਾਟਾ ਇੱਕ ਸਰਵਰ ਤੇ ਪਿਆ, ਜਾਂ ਇੱਕ ਪ੍ਰੋਟੈਕਸ਼ਨ ਦੇ ਲਈ ਜਾਂ ਸਿਕਿਉਰਿਟੀ ਦੇ ਲਈ ਉਹ ਇੱਕ ਤੋਂ ਜ਼ਿਆਦਾ ਸਰਵਰ ਤੇ ਵੀ ਹੋ ਸਕਦਾ, ਪਰ ਜਿਹੜੇ ਕੰਪਿਊਟਰਾਂ ਤੇ ਉਹ ਬੈਠ ਕੇ ਡਾਟਾ ਦੇਖ ਰਹੇ ਨੇ ਉੱਥੇ ਉਹ ਡਾਟਾ ਨਹੀਂ ਹੈ। ਉੱਥੇ ਸਿਰਫ ਉਹਨਾਂ ਨੂੰ ਡਾਟਾ ਦਿਖਾਇਆ ਜਾ ਰਿਹਾ ਜੋ ਕਿ ਸਰਵਰ ਤੋਂ ਆਇਆ। ਤਾਂ ਉਹ ਸਾਰੇ ਡਿਫਰੈਂਟ ਯੂਜ਼ਰਸ ਸੇਮ ਸਰਵਰ ਨਾਲ ਕਨੈਕਟਡ ਨੇ। ਉਹ ਜਿਹੜਾ ਵੀ ਕੁਐਸਚਨ ਭੇਜਦੇ ਨੇ ਉਸ ਦਾ ਆਨਸਰ ਸਰਵਰ ਤੋਂ ਆਉਂਦਾ ਹੈ। ਠੀਕ ਹੈ। ਹੁਣ ਜਦੋਂ ਨੈਟਵਰਕ ਨਹੀਂ ਚੱਲਦਾ ਤਾਂ ਉਹ ਸਰਵਰ ਨਾਲ ਕਨੈਕਸ਼ਨ ਨਹੀਂ ਮਿਲਦਾ ਤੇ ਉਹ ਕਿਸੇ ਤਰ੍ਹਾਂ ਦੀ ਵੀ ਕੰਮ ਉਹ ਕਰ ਨਹੀਂ ਸਕਦੇ, ਕੋਈ ਟ੍ਰਾਂਜੈਕਸ਼ਨ ਐਗਜ਼ੀਕਿਊਟ ਨਹੀਂ ਹੁੰਦੀ, ਇਸ ਕਰਕੇ ਉਹ ਕੰਮ ਰੁਕ ਜਾਂਦਾ। ਡਾਟਾ ਕੈਪਚਰਿੰਗ ਐਂਡ ਡਾਟਾ ਸਟੋਰੇਜ ਇਜ਼ ਨਾਟ ਰੀਡੰਡੈਂਟ। ਰੀਡੰਡੈਂਟ ਹੁੰਦਾ ਡੁਪਲੀਕੇਟ। ਰੀਡੰਡੈਂਟ ਵਰਡ ਡਾਟਾਬੇਸਿਸ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ। ਇਹਨੂੰ ਅਸੀਂ ਡੁਪਲੀਕੇਟ ਡਾਟੇ ਨੂੰ, ਅਗਰ ਇੱਕੋ ਹੀ ਤਰ੍ਹਾਂ ਦਾ ਡਾਟਾ ਇੱਕ ਤੋਂ ਜ਼ਿਆਦਾ ਜਗ੍ਹਾ ਸਟੋਰ ਹੋਵੇ ਤਾਂ ਉਹਨੂੰ ਕਹਿੰਦੇ ਆ ਰੀਡੰਡੈਂਟ ਡਾਟਾ। DBMS ਦਾ ਮੇਨ ਮਕਸਦ ਇਹ ਵੀ ਹੁੰਦਾ ਹੈ ਕਿ ਰੀਡੰਡੈਂਸੀ ਰੋਕਣੀ ਹੈ, ਵੀ ਸੇਮ ਡਾਟਾ ਇੱਕ ਤੋਂ ਜ਼ਿਆਦਾ ਜਗ੍ਹਾ ਤੇ ਨਾ ਪਿਆ ਹੋਵੇ, ਕਿਉਂਕਿ ਉਸ ਦੇ ਨਾਲ ਪ੍ਰੋਬਲਮ ਕ੍ਰੀਏਟ ਹੁੰਦੀਆਂ ਨੇ। ਜਦੋਂ ਡਾਟਾ ਚੇਂਜ ਕਰਨਾ ਹੁੰਦਾ ਉਹ ਸਾਰੀਆਂ ਜਗ੍ਹਾ ਤੇ ਚੇਂਜ ਕਰਨਾ ਪੈਂਦਾ, ਅਦਰਵਾਈਜ਼ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਉਹਨੂੰ ਅਸੀਂ ਇਨਕਨਸਿਸਟੈਂਸੀ ਕਹਿੰਦੇ। ਸੋ DBMS ਦਾ ਇਹ ਮਕਸਦ ਹੁੰਦਾ ਹੈ ਕਿ ਇਹ ਡਾਟਾ ਰੀਡੰਡੈਂਟ ਨਾ ਹੋਵੇ। ਡਾਟਾ ਸਟੋਰੇਜ ਇਜ਼ ਨਾਟ ਰੀਡੰਡੈਂਟ and the system can be operated from the central control and the data can be updated more efficiently। ਹਰੇਕ ਕੰਪਿਊਟਰ ਤੇ ਉਹਦੀ ਕਾਪੀ ਨਹੀਂ ਰੱਖਣੀ ਪੈਂਦੀ ਡਾਟੇ ਦੀ। ਇੱਕ ਸੈਂਟਰਲ ਕੰਪਿਊਟਰ ਹੈ ਜਿਸ ਨੂੰ ਸਰਵਰ ਕਹਿ ਸਕਦੇ ਹਾਂ, ਉੱਥੋਂ ਸਾਰਾ ਡਾਟਾ ਕਲਾਇੰਟ ਕੰਪਿਊਟਰਸ ਨੂੰ ਮਿਲਦਾ ਹੈ, ਚੇਂਜ ਵੀ ਹੋ ਸਕਦਾ ਹੈ, ਅਪਡੇਟ ਵੀ ਹੋ ਸਕਦਾ। ਇਹ ਪਹਿਲੀ ਕਰੈਕਟਰਿਸਟਿਕ ਹੈ DBMS ਦੀ। ਦੂਸਰੀ ਸਟਰਕਚਰਡ ਐਂਡ ਡਿਸਕ੍ਰਾਈਬਡ ਡਾਟਾ। ਡਾਟਾ ਜਿਹੜਾ ਹੁੰਦਾ ਹੈ ਉਹਦੀ ਕੰਪਲੀਟ ਡੈਫੀਨੀਸ਼ਨ ਕਿ ਉਹ ਡਾਟਾ ਕਿਸ ਤਰ੍ਹਾਂ ਦਾ ਹੈ, ਉਹਦੀ ਡਾਟਾ ਟਾਈਪ ਕੀ ਹੈ, ਉਹਦਾ ਫਾਰਮੇਟ ਕੀ ਹੈ, ਉਹ ਡਾਟੇ ਦੇ ਨਾਲ ਹੀ ਪਿਆ ਹੋਵੇ ਤਾਂ ਉਹਨੂੰ ਅਸੀਂ ਡਿਸਕ੍ਰਾਈਬਡ ਡਾਟਾ ਕਹਿੰਦੇ ਹਾਂ, ਵੀ ਪੂਰੀ ਡਿਸਕ੍ਰਿਪਸ਼ਨ ਡਾਟੇ ਦੀ ਡਾਟੇ ਦੇ ਨਾਲ ਹੀ ਪਈ। A fundamental feature of the database approach is that the database system does not only contain the data, database system 'ਚ ਇਕੱਲਾ ਡਾਟਾ ਨਹੀਂ ਹੁੰਦਾ, but also the complete definition and description of these data। ਡਾਟਾ ਦੇ ਨਾਲ ਨਾਲ ਡਾਟਾ ਕੀ ਹੋਏਗਾ? ਡਾਟਾ ਦਾ ਰਿਕਾਰਡਸ ਹੋਣਗੇ ਰੋਜ਼ ਐਂਡ ਕਾਲਮਸ ਦੇ ਵਿੱਚ। ਉਸ ਰਿਕਾਰਡ ਦੀ ਪੂਰੀ ਡੈਫੀਨੇਸ਼ਨ ਉੱਥੇ ਹੋਏਗੀ, ਵੀ ਪਹਿਲਾ ਕਾਲਮ ਮੰਨ ਲਓ ਰੋਲ ਨੰਬਰ ਹੈ, ਉਹ ਨੂਮੈਰਿਕ ਹੈ, ਉਹਦੇ 'ਚ ਆਹ ਡਿਜਿਟ ਆ ਸਕਦੇ ਨੇ, ਆਹ ਨਹੀਂ ਆ ਸਕਦੇ। ਦੂਜਾ ਨੇਮ ਹੈ, ਉਹਦੀ ਵਿਡਥ ਇੰਨੀ ਹੈ ਵੀ ਮੈਕਸਿਮਮ ਨੇਮ 20 ਅੱਖਰ ਦਾ, 25 ਅੱਖਰ ਕਰੈਕਟਰ ਦਾ ਆ ਸਕਦਾ। ਇਸ ਤਰ੍ਹਾਂ ਡੇਟ ਹੈ, ਠੀਕ ਹੈ, ਉਹਦੇ ਤੇ ਦੀ ਪੂਰੀ ਡੈਫੀਨੇਸ਼ਨ ਵਿੱਚ ਸਟੋਰ ਹੋਵੇ ਤਾਂ ਉਹਨੂੰ ਡਿਸਕ੍ਰਾਈਬਡ ਡਾਟਾ ਸੀ ਉਹ। These descriptions are basically details about the extent,
the structure, the data type, and the format of all the data, and additionally the relationship between the data. सारे ਜਿਹੜੇ ਵੀ ਡਾਟਾਬੇਸ ਹੋਏਗਾ ਉਸਦਾ ਸਾਰੇ ਡਾਟਾ ਦਾ ਫਾਰਮੈਟ ਜੋ ਹੈ, ਉਹਦੀ ਡਾਟਾ ਟਾਈਪ ਕੀ ਹੈ, ਉਹਦਾ ਸਟਰਕਚਰ ਕੀ ਹੈ, ਉਹ ਸਾਰਾ ਉਹਦੇ ਅੰਦਰ ਸਟੋਰ ਹੈ ਤੇ ਉਹਦਾ ਕਿਸੇ ਦੂਸਰੇ ਡਾਟੇ ਨਾਲ ਜੇ ਕੋਈ ਰਿਲੇਸ਼ਨਸ਼ਿਪ ਹੈ ਤਾਂ ਉਹ ਵੀ ਉਹਦੇ ਵਿੱਚ ਸਟੋਰ, ਯਾਨੀ ਕੰਪਲੀਟ ਇਨਫੋਰਮੇਸ਼ਨ ਡਾਟਾਬੇਸ ਦੇ ਅੰਦਰ ਅਵੇਲੇਬਲ ਹੁੰਦੀ। तीसरी कैरेक्टरिस्टिक है डाटा इंटेग्रिटी। डाटा इंटेग्रिटी मीन्स द कंसिस्टेंसी एंड रिलायबिलिटी। कंसिस्टेंसी मतलब मैं पहला भी गल की थी, कंसिस्टेंसी का मतलब है कि डाटा कन्फ्यूजन वाला नहीं होना चाहिए भी एक तो ज़्यादा जगह के उत्ते सेम बंदे का डाटा पिया होवे ते उहदे च चेंजेस एक ते कुछ होर दिखदा होवे, दूजी मान लो एक बंदे का रिकॉर्ड है एक दो जगह ते पिया तो एक जगह ते ਉਹਦਾ ਐਡਰੈਸ ਕੋਈ ਹੋਰ ਦਿਖ ਰਿਹਾ, ਦੂਸਰੀ ਜਗ੍ਹਾ ਤੇ ਉਹਦਾ ਐਡਰੈਸ ਕੋਈ ਹੋਰ ਦਿਖ ਰਿਹਾ ਤਾਂ ਕਨਫਿਊਜ਼ਨ ਹੋਊਗੀ। ਇਸ ਨੂੰ ਇਨਕਨਸਿਸਟੈਂਸੀ ਕਹਿੰਦੇ ਆ। तो कंसिस्टेंट होना चाहिए, इनकंसिस्टेंट नहीं होना चाहिए। इनकंसिस्टेंट उदों होता ਜਦੋਂ डाटा रीडंडेंट हो जाता है, मतलब डुप्लीकेट हो जाता है। तो डाटा इंटेग्रिटी का मतलब है कि डाटा इंटेग्रिटी मीन्स द कंसिस्टेंसी एंड रिलायबिलिटी ऑफ डाटा ऑफ द डाटाबेस। In a broader sense, data integrity includes also the protection of data from unauthorized access, ਜਿਹਨੂੰ ਅਸੀਂ confidentiality ਕਹਿੰਦੇ ਆ। confidential मतलब डाटा जिस जिवें हुण मान लो गवर्नमेंट का डाटा कई बार कॉन्फिडेंशियल होंदा, आर्मी का डाटा कई बार कॉन्फिडेंशियल होंदा, कंपनियां का भी बहुत सारा डाटा कॉन्फिडेंशियल होंदा, जिन्होंने असीं अनऑथराइज्ड एक्सैस तो रोकना होंदा। कुछ डाटा पब्लिक भी होंदा जिन्होंने कोई भी देख सकता, पर काफ़ी सारा डाटा जिहड़ा है वो अनऑथराइज्ड एक्सैस तो रोकना चाहता, उन्होंने कॉन्फिडेंशियलिटी कहने हैं, ਤਾਂ ਜੋ ਕੋਈ ਵੀ ਅਨऑथराइज्ड ਚੇਂजेस ਨਾ ਕਰ ਸਕੇ। ਐਦਾਂ ਜੇ ਕੋਈ ਵੀ ਐਕਸੈਸ ਕਰੇਗਾ ਤਾਂ ਉਸ ਨੂੰ ਚੇਂजेस ਕਰ ਦੇਗਾ, ਜਿਹਨੂੰ ਆਪਾਂ ਅਕਸਰ ਤੁਸੀਂ ਸੁਣਿਆ ਹੋਣਾ हैक हो गया, डाटा बदलिया गया, डाटा कॉपी हो गया, किसी ने आ कर लिया। सो डाटा इंटैग्रिटी प्रोवाइड करता है DBMS। ट्रांजैक्शंस। A transaction is a bundle of actions which are done within the database to bring it from one consistent state to new consistent state। ਲਾਈਨ ਥੋੜੀ ਟਿਪੀਕਲ ਲੱਗੇਗੀ ਕਿ ਕੀ ਲਿਖਿਆ ਹੈ। ਸਿੰਪਲ ਲੈਂਗੁਏਜ ਦੇ ਵਿੱਚ ਕਹਾਂ ਤਾਂ ਟ੍ਰਾਂਜੈਕਸ਼ਨ ਦਾ ਮਤਲਬ ਹੈ ਕਿ ਕੋਈ ਰਿਕਾਰਡ ਮੋਡੀਫਾਈ ਹੋਏ। ਈਵਨ ਰੀਡ ਕਰਦੇ ਆ ਉਹਨੂੰ ਵੀ ਕਈ ਵਾਰ ਟ੍ਰਾਂਜੈਕਸ਼ਨ ਕਹਿ ਦਿੰਦੇ ਆ, ਪਰ ਬੇਸਿਕਲੀ ਰਿਕਾਰਡ ਮੋਡੀਫਾਈ ਹੋਏ, ट्रांजैक्शन हुई है। मान लो आप ट्रांजैक्शन शब्द बैंकों ਨਾਲ ਕਾਫੀ ਰਿਲੇਟਡ ਹੈ, ਸੁਣਿਆ ਹੋਣਾ ਬੈਂਕਿੰਗ ਦੇ ਸੈਕਟਰ ਦੇ ਵਿੱਚ ट्रांजैक्शन ਜਿਵੇਂ ਮੰਨ ਲਓ ਆਪਾਂ ATM ਤੇ ਗਏ, ਆਪਾਂ 1000 ਰੁਪਇਆ ਵਿਦਡਰਾ ਕਰਾਇਆ ਤਾਂ ਉਹ ट्रांजैक्शन ਹੈ। ਤੁਹਾਡਾ ਰਿਕਾਰਡ ਚੇਂਜ ਹੋ ਗਿਆ ਤਾਂ ਉੱਥੇ ਜਿੰਨੀ ਅਮਾਊਂਟ ਸੀ ਉਹਦੇ ਚੋਂ 1000 ਘਟ ਕੇ ਅਮਾਊਂਟ ਅਪਡੇਟ ਹੋ ਗਈ, ਕਿਉਂਕਿ ਤੁਸੀਂ 1000 ਕਢਾ ਲਿਆ, ਉਵੇਂ ਤੁਸੀਂ ਜਮ੍ਹਾਂ ਕਰਾਇਆ ਫਿਰ ट्रांजैक्शन ਹੋਈ, ਤੁਸੀਂ ਕਿਸੇ ਨੂੰ ਭੇਜੇ ਨੇ ਤਾਂ ਵੀ ट्रांजैक्शन ਹੋਈ, ਤੁਹਾਡੇ ਅਕਾਊਂਟ ਦੇ ਵਿੱਚੋਂ 1000 ਘਟਿਆ, ਦੂਜੇ ਦੇ ਅਕਾਊਂਟ 'ਚ 1000 ਵਧਿਆ, ਦੋਨੋਂ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ ਇਹ ਚੀਜ਼ਾਂ, ਉਹਨੂੰ ਦੋਹਾਂ ਨੂੰ ਇਕੱਠਿਆਂ ਨੂੰ ਇੱਕ ट्रांजैक्शन ਕਹਾਂਗੇ, ਬੰਡਲ ਆਫ ਐਕਸ਼ਨਸ। ਮੇਨ ਗੱਲ ਜਿਹੜੀ ਦੇਖਣੀ ਹੈ, ट्रांजैक्शन इज ए ਬੰਡਲ ਆਫ ਐਕਸ਼ਨਸ। ਮੰਨ ਲਓ ਤੁਸੀਂ ਟ੍ਰਾਂਸਫਰ ਕਰਿਆ ਕਿਸੇ ਨੂੰ 1000 ਰੁਪਏ, ਤੁਹਾਡੇ ਅਕਾਊਂਟ 'ਚੋਂ 1000 ਰੁਪਏ ਮਾਈਨਸ ਹੋਣਗੇ, ਦੂਜੇ ਦੇ ਅਕਾਊਂਟ 'ਚ 1000 ਰੁਪਏ ਪਲੱਸ ਹੋਣਗੇ। ਇਹ ਦੋਨੋਂ ਚੀਜ਼ਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ, ਦੋਹਾਂ 'ਚੋਂ ਇੱਕ ਮਿਸ ਹੋ ਗਈ ਤਾਂ ਉਹ ट्रांजैक्शन फेल हो। तो transaction is a bundle of actions which are done within the database to bring it from one consistent state to new consistent state। consistent state means ਜਦੋਂ ਤੁਸੀਂ ਭੇਜੇ ਨਹੀਂ ਸੀ ਉਦੋਂ ਤੁਹਾਡੇ ਅਕਾਊਂਟ 'ਚ ਜਿੰਨੇ ਪੈਸੇ ਸੀ ਅਤੇ ਜਿਹਨੂੰ ਭੇਜੇ ਨੇ ਉਹਦੇ 'ਚ ਜਿੰਨੇ ਪੈਸੇ ਸੀ ਉਹ ਮੇਨਟੇਨ ਰਹਿਣੇ ਚਾਹੀਦੇ। ਜੇ ਮੰਨ ਲਓ ਤੁਹਾਡੇ ਅਕਾਊਂਟ 'ਚੋਂ ਮਾਈਨਸ ਹੋ ਗਏ 1000, ਦੂਜੇ ਦੇ ਅਕਾਊਂਟ 'ਚ 1000 ਜਮ੍ਹਾਂ ਨਹੀਂ ਹੋਏ, ਵਿਚਾਲੇ ਕੋਈ ਪ੍ਰੋਬਲਮ ਆ ਗਈ ਤਾਂ ਉਹ ਇਨਕੰਸਿਸਟੈਂਟ ਸਟੇਟ ਹੈ ਵੀ ਉਹ 1000 ਰੁਪਇਆ ਕਿੱਥੇ ਗਿਆ, ਕਨਫਿਊਜ਼ਨ ਹੋ ਗਈ। ਕਨਫਿਊਜ਼ਨ ਮਤਲਬ ਇਨਕੰਸਿਸਟੈਂਟ ਸਟੇਟ। ਸੋ ਜਦੋਂ ਵੀ ਟ੍ਰਾਂਜੈਕਸ਼ਨ ਹੁੰਦੀ ਆ ਉਹ ਕੰਸਿਸਟੈਂਟ ਸਟੇਟ ਤੋਂ ਦੂਜੀ ਕੰਸਿਸਟੈਂਟ ਸਟੇਟ ਤੱਕ ਪਹੁੰਚਣੀ ਚਾਹੀਦੀ। ਉਹ ਤਾਂ ਹੋਏਗੀ ਜੇ ਬੰਡਲ ਆਫ ਐਕਸ਼ਨਸ ਇਕੱਠੇ ਹੋਣ, ਉਹਨਾਂ 'ਚ ਕੋਈ ਮਿਸ ਨਾ ਹੋ। ਡਾਟਾ ਪਰਸਿਸਟੈਂਸ, ਡਾਟੇ ਨੂੰ ਸਟੋਰ ਕਰਕੇ ਰੱਖਣਾ ਲੌਂਗ ਟਾਈਮ ਦੇ ਲਈ ਤਾਂ ਜੋ ਲੌਸ ਨਾ। Data persistent means that in the DBMS all data is maintained as long as it is not deleted explicitly। ਜਿੰਨਾ ਚਿਰ ਤੱਕ ਅਸੀਂ ਖੁਦ ਨਹੀਂ ਚਾਹੁੰਦੇ ਕਿ ਇਹ ਡਿਲੀਟ ਕਰਨਾ, ਉਹਨਾਂ ਚਿਰ ਤੱਕ ਉਹ ਡਿਲੀਟ ਨਾ ਹੋਵੇ। ਇਸ ਗੱਲ ਦੀ ਸ਼ੋਰਟੀ ਚਾਹੀਦੀ ਹੈ ਸਾਨੂੰ DBMS ਪ੍ਰੋਵਾਈਡ ਕਰ।
Data once stored in the DBMS database must not be lost। ਹੁਣ ਜੇ ਬੈਂਕਾਂ ਦਾ ਡਾਟਾ ਇਦਾਂ ਉਹੀ ਡਿਲੀਟ ਹੁੰਦਾ ਰਿਹਾ ਤਾਂ ਪਤਾ ਹੀ ਨਹੀਂ ਲੱਗਣਾ ਕਿਹਦੇ ਕਿੰਨੇ ਪੈਸੇ। ਸੋ ਪਰਸਿਸਟੈਂਸੀ ਬਹੁਤ ਜ਼ਰੂਰੀ ਹੈ। Changes of a database which are done by the transaction are persistent। When a transaction is finished, even a system crash cannot put the data in danger। ਜੇ ਸਿਸਟਮ ਕ੍ਰੈਸ਼ ਵੀ ਹੋ ਜਾਂਦਾ ਹੈ ਤਾਂ ਵੀ ਕੋਈ ਅਲਟਰਨੇਟਿਵ ਵੇ ਹੋਣਾ ਚਾਹੀਦਾ ਹੈ ਕਿ ਉਹ ਡਾਟਾ ਬਚਾ ਸਕੇ। ਇਸੇ ਕਰਕੇ ਇੱਕ ਤੋਂ ਜ਼ਿਆਦਾ ਸਰਵਰ ਲਾਏ ਜਾਂਦੇ ਨੇ, ਉਹ ਇੱਕ ਸਰਵਰ ਦਾ ਡਾਟਾ ਨਾਲ ਦੀ ਨਾਲ ਦੂਜੇ ਤੇ ਕਾਪੀ ਕਰੀ ਜਾਂਦੇ ਨੇ ਤਾਂ ਜੋ ਜੇ ਇੱਕ ਸਰਵਰ ਖਰਾਬ ਹੋ ਜਾਵੇ ਤਾਂ ਦੂਜੇ ਤੋਂ ਡਾਟਾ ਚੱਕਿਆ ਜਾਵੇ। ਤਿੰਨ ਤਿੰਨ ਵੀ ਲੱਗ ਜਾਂਦੇ ਨੇ, ਚਾਰ ਚਾਰ ਵੀ। ਉਹ ਡਿਪੈਂਡ ਕਰਦਾ ਹੈ ਅਸੀਂ ਕਿੰਨਾ ਕੁ ਸਿਕਿਉਰ ਰੱਖਣਾ ਚਾਹੁੰਦੇ ਹਾਂ ਡਾਟਾ। ਉਹਦੇ ਬਹੁਤ ਸਾਰੇ ਵੇਜ਼ ਜਿਹੜੇ ਆਪਾਂ ਅੱਗੇ ਜਾ ਕੇ ਪੜ੍ਹ ਲਾਂਗੇ। ਸੋ ਇਹ ਸੀ ਕਰੈਕਟਰਿਸਟਿਕਸ ਡਾਟਾਬੇਸ ਮੈਨੇਜਮੈਂਟ ਸਿਸਟਮ।